ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ ਤੇ ਗੱਲਾਂ ਕਰਦਾ ਏ। ਤੇ ਖੁਦਾ ਦਾ ਬੰਦਾ ਦਾਊਦ ਬਹੁਤ ਹੀ ਇੱਕ ਅੱਛਾ ਫੈਸਲਾ ਕਰਦਾ ਏ ਤੇ ਕਹਿੰਦਾ ਏ, ਮੈਂ ਗੱਲ ਖੁਦਾ ਦੀ ਸੁਣਾਂਗਾ। ਜਦ ਕਰੇਗਾ ਕਲਾਮ ਤੇ ਉਹ ਤੇ ਆਪਣੇ ਬੰਦਿਆਂ ਨਾਲ, ਪਾਕ ਲੋਕਾਂ ਨਾਲ ਤਮਾਮ। ਸੋ ਉਹ ਕਹਿੰਦਾ ਹੈ ਕਿ ਮੈਂ ਖੁਦਾ ਦੀ ਗੱਲ ਸੁਣਾਂਗਾ। ਤੇ ਖੁਦਾ ਦਾ ਬੰਦਾ ਦਾਊਦ ਬਾਦਸ਼ਾਹ ਹੈ, ਵੇਲਾ ਬੰਦਾ ਨਹੀਂ। ਜ਼ਬੂਰ 119 ਉਹਦੀ 28 ਐਤ ਨੂੰ ਪੜ੍ਹੀਏ ਤੇ ਕਹਿੰਦਾ ਹੈ, ਗਮ ਦੇ ਮਾਰੇ ਮੇਰੀ ਜਾਨ ਗੁਲੀ ਜਾਂਦੀ ਹੈ, ਕਿਉਂਕਿ ਚਾਰ ਸਵੇਰੇ ਗਾਮੀ ਗਮ ਹੈ। ਗਮ ਦੇ ਮਾਰੇ ਮੇਰੀ ਜਾਨ ਘੁਲੀ ਜਾਂਦੀ ਹੈ। ਆਪਣੇ ਕਲਾਮ ਦੇ ਮੁਤਾਬਕ ਮੈਨੂੰ ਤਕਬੀਅਤ ਹੈ। ਉਹ ਗੱਲ ਕਿਉਂ ਸੁਣਦਾ ਏ? ਉਹ ਗੱਲ ਦੇ ਨਾਲ ਤਕਬੀਅਤ ਪਾਉਂਦਾ ਹੈ। ਖੁਦਾ ਦੇ ਕਲਾਮ ਦੀਆਂ ਗੱਲਾਂ ਨੂੰ ਤਕਬੀਅਤ ਦਿੰਦੀਆਂ, ਉਹਦਾ ਜ਼ੋਰ ਬਣਦੀਆਂ। ਕਹਿੰਦਾ ਮੇਰੇ ਗਮਾਂ ਨੂੰ ਦੂਰ ਕਰਦੀਆਂ ਨੇ, ਮੈਂ ਤਕਬੀਅਤ ਪਾ ਜਾਣਾ। ਤੇ ਅਸੀਂ ਇੱਕ ਗੱਲ ਕਰਨੇ ਆ, ਤੇ ਉਹ ਗੱਲ ਕਰਨੇ ਆ ਕਿ ਸਾਨੂੰ ਵੀ ਰੋਟੀ ਰੋਜ਼ ਦਿਆ ਕਰ, ਕਿਉਂਕਿ ਉਹਦੀਆਂ ਗੱਲਾਂ ਰੋਟੀ, ਕਿਉਂਕਿ ਉਹਨੇ ਆਖਿਆ ਜ਼ਿੰਦਗੀ ਦੀ ਰੋਟੀ ਮੈਂ ਵਾਂ। ਉਹਦੀਆਂ ਗੱਲਾਂ ਉਹਦੀ ਕੂਵਤ ਬਣਦੀਆਂ ਨੇ। ਲੇਕਿਨ ਉਹ ਰੋਟੀ ਮੁੜ ਕੇ ਫਿਰ ਸਾਨੂੰ ਪਸੰਦ ਨਹੀਂ ਆਉਂਦੀ। ਰੋਮੀਓ 11 ਬਾਬ ਜਿਸ ਵੇਲੇ 9 ਐਤ ਨੂੰ ਪੜ੍ਹਦੇ ਆ ਤੇ ਗੱਲਾਂ ਅਸੀਂ ਵੀ ਮੰਗਦੇ ਆ ਕਿ ਰੱਬ ਸਾਡੇ ਨਾਲ ਗੱਲਾਂ ਕਰੇ, ਪਰ ਜਦੋਂ ਗੱਲਾਂ ਸੁਣਨ ਦਾ ਮੌਕਾ ਹੁੰਦਾ, ਰੋਟੀ ਖਾਣ ਦਾ ਮੌਕਾ ਹੁੰਦਾ ਹੈ, ਤੇ ਰੋਟੀ ਸਾਨੂੰ ਚੰਗੀ ਨਹੀਂ ਲੱਗਦੀ। ਤੇ ਫਿਰ ਲਿਖਿਆ ਏ, ਉਹ ਦਸਤਰਖਾਨ ਜਿਸ ਨੂੰ ਤੁਸੀਂ ਰੱਦ ਕੀਤਾ ਹੈ, ਉਹ ਤੁਹਾਡੇ ਲਈ ਜਾਲ ਤੇ ਫੰਦਾ ਬਣ ਜਾਏਗਾ। ਜਿਸ ਰੋਟੀ ਨੂੰ ਤੁਸੀਂ ਮੰਗਿਆ ਕਿ ਰੱਬਾ ਰੋਜ਼ ਰੋਟੀ ਦੇ, ਤੇ ਰੱਬ ਨੇ ਐਸਾ ਮੌਕਾ ਫਰਾਹਮ ਕੀਤਾ ਕਿ ਕਲਾਮ ਸੁਣਨ ਦਾ ਮੌਕਾ ਮਿਲਿਆ, ਤਾਂ ਕਿ ਸਾਡਾ ਫਾਇਦਾ ਹੁੰਦਾ। ਕਿਉਂਕਿ ਅਬਰਾਨੀਓ 4 ਬਾਬ ਉਹਦੀ 2 ਇੱਥੇ ਲਿਖਿਆ, ਸਾਨੂੰ ਵੀ ਉਹਨਾਂ ਦੀ ਤਰ੍ਹਾਂ ਹੀ ਖੁਸ਼ਖਬਰੀ ਸੁਣਾਈ ਗਈ, ਪਰ ਸੁਣੇ ਹੋਏ ਕਲਾਮ ਨੇ ਉਹਨਾਂ ਨੂੰ ਕੁਝ ਫਾਇਦਾ ਨਾ ਦਿੱਤਾ, ਇਸ ਲਈ ਕਿ ਸੁਣਨ ਵਾਲਿਆਂ ਦੇ ਦਿਲਾਂ ਦੇ ਵਿੱਚ ਈਮਾਨ ਦੇ ਨਾਲ ਨਾ ਬੈਠਿਆ, ਜਗ੍ਹਾ ਇਹਨਾਂ ਦਿੱਤੀ। ਕਲਾਮ ਨੂੰ ਸੁਣਨ ਵਾਸਤੇ ਵਕਤ ਹੀ ਨਾ ਕੱਢਿਆ, ਫਾਇਦਾ ਹੀ ਨਾ ਚੁੱਕਿਆ, ਈਮਾਨ ਦੇ ਨਾਲ ਹੀ ਨਾ ਬਿਠਾਇਆ। ਬਲਕਿ ਅਬਰਾਨੀਓ 2 ਬਾਬ ਉਹਦੀ ਪਹਿਲੀ ਐ ਚ ਲਿਖਿਆ ਏ, ਜਿਹੜੀਆਂ ਗੱਲਾਂ ਅਸੀਂ ਸੁਣਨੇ ਉਹਨਾਂ ਗੱਲਾਂ ਤੇ ਦਿਲ ਲਾ ਕੇ ਗੌਰ ਕਰੀਏ, ਕਿਤੇ ਬਹਿ ਕੇ ਕਹਿੰਦਾ ਦੂਰ ਨਾ ਨਿਕਲ ਜਾਇਓ। ਅਸੀਂ ਤਾਂ ਦੂਰ ਹੀ ਨਿਕਲ ਜਾਂਦੇ ਹਾਂ, ਦਿਲ ਨਾਲ ਗੌਰ ਹੀ ਨਹੀਂ ਕਰਦੇ। ਖੁਦਾ ਦੇ ਬੰਦਾ ਮੁਕੱਦਸ ਦਾਊਦ ਨੇ, ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਪਹਿਲਾ ਸਲਾਤੀਨ 2 ਬਾਬ ਉਸਦੀ ਪਹਿਲੀ ਐਤ ਤੋਂ ਪੜ੍ਹੀਏ ਤੇ ਆਖਿਆ, ਪੁੱਤਰਾ ਮੈਂ ਉਸ ਰਾਹ ਤੇ ਜਾਣ ਵਾਲਾ। ਸੁਲੇਮਾਨ ਨੂੰ ਉਸਨੇ ਆਪਣੇ ਪੁੱਤਰ ਨੂੰ ਬੁਲਾਇਆ ਤੇ ਉਹਨੇ ਆਖਿਆ, ਪੁੱਤਰਾ ਮੈਂ ਉਸ ਰਾਹ ਤੇ ਜਾਣ ਵਾਲਾ ਜਿਹੜਾ ਸਾਰਿਆਂ ਦਾ ਵਾ, ਤੇ ਕਹਿੰਦਾ ਤੂੰ ਮਰਦਾਨਗੀ ਦਿਖਾ। ਤੇ ਉਹ ਗੱਲਾਂ, ਉਹ ਐਨ, ਉਹ ਹੁਕਮ, ਉਹ ਸ਼ਹਾਦਤਾਂ ਜਿਹੜੀਆਂ ਉਸਨੇ ਆਪਣੇ ਬੰਦਾ ਮੂਸਾ ਦੀ ਮਾਰਫਤ ਸਾਡੇ ਤੱਕ ਘੱਲੀਆਂ ਨੇ, ਉਹਨਾਂ ਨੂੰ ਸਦਾ ਮੰਨਣ ਵਿੱਚ ਇਤਿਆਦ ਕਰੀ।
ਤੇ ਫਿਰ ਜਿੱਥੇ ਕਿਤੇ ਤੂੰ ਜਾਵੇਂਗਾ, ਕਹਿੰਦਾ ਉਹ ਗੱਲਾਂ ਤੈਨੂੰ ਕਾਮਯਾਬ ਕਰਨਗੀਆਂ, ਪਰ ਉਹਨਾਂ ਗੱਲਾਂ ਨੂੰ ਕਿਸੇ ਜਗ੍ਹਾ ਬਿਠਾਵੀਂ। ਤੇ ਉਹ ਬਿਠਾਉਣ ਦੀ ਜਗ੍ਹਾ ਕਿਹੜੀ ਹੈ? ਕੁਲਸੀ ਉੱਤੇ ਨਵਾਬ 16 ਐਤ ਮਸੀਹ ਦੇ ਕਲਾਮ ਨੂੰ ਆਪਣੇ ਦਿਲਾਂ 'ਚ ਵਸਾਇਓ, ਉਹ ਜਿਹੜਾ ਚੰਗਾ ਨਹੀਂ ਲੱਗਦਾ ਸਨ। ਰਸੂਲਾਂ ਦੇ ਅਮਾਲ ਜਿਸ ਵੇਲੇ ਅਸੀਂ 20 ਬਾਬ ਤੇ 32 ਐਤ ਨੂੰ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਮਿਲਦਾ ਹੈ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰ ਦੋ, ਜਿਹੜਾ ਕੋਈ ਬੰਦਾ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰ ਦੋ, ਕਲਾਮ ਉਸ ਦੀ ਤਰੱਕੀ ਕਰ ਦੇਵੇਗਾ। ਮੁਕੱਦਸ ਲੋਕਾਂ ਦੇ ਨਾਲ ਕਲਾਮ ਮਿਲਾ ਦੇਗਾ। ਮਿਰਾਸ ਦਾ ਹਿੱਸੇਦਾਰ ਕਲਾਮ ਬਣਾ ਦੇਵੇਗਾ ਉਸ ਬੰਦੇ ਨੂੰ। ਪਰ ਜਿਹੜਾ ਬੰਦਾ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰੂ, ਪਰ ਅਫਸੋਸ ਕਿ ਅਸੀਂ ਕਹਿੰਦੇ ਹਾਂ ਇਹ ਹੋ ਗਿਆ ਸਾਡੇ ਸਪੁਰਦ, ਇਹ ਤੇ ਹੁਣ ਸਾਡੇ ਕੋਲ ਆ। ਅਸੀਂ ਕਹਿੰਦੇ ਤਾਂ ਹੁਣ ਸਾਡੇ ਕੋਲ ਤੇ ਸਾਡੇ ਸਪੁਰਦ ਹੈ, ਇਹਦੇ 'ਚ ਜੋ ਕੁਝ ਅਸੀਂ ਚਾਹੀਏ ਸ਼ਰਾਰਤਾਂ ਕਰੀਏ ਤੇ ਕਰਨੇ ਆ। ਦਾਨੀਅਲ 11:32 ਦੱਸਦੀ ਹੈ ਕਿ ਲੋਕ ਐਦੇ ਮੁਕੱਦਸ ਦੇ ਖਿਲਾਫ ਸ਼ਰਾਰਤਾਂ ਕਰਨਗੇ। ਬੱਚੇ ਦਾ ਬਪਤਿਸਮਾ ਬਹੁਤ ਵੱਡੀ ਸ਼ਰਾਰਤ। ਉਹਦੇ ਬੇਟੇ ਦੀ ਗੱਲ ਨੂੰ ਕੱਟ ਕੇ ਜਿਹੜਾ ਕਹਿੰਦਾ ਇਹ ਮਾਨ ਲਿਆਵੇ ਤੇ ਉਹ ਲਵੇ। ਅਬਰਾਨੀਓ 5:13 'ਚ ਲਿਖਿਆ, ਦੁੱਧ ਪੀਂਦੇ ਨੂੰ ਰਾਸਤਬਾਜ਼ੀ ਦੇ ਕਲਾਮ ਦਾ ਤਜਰਬਾ ਕੋਈ ਨਹੀਂ, ਕਿਉਂਕਿ ਬੱਚਾ। ਰਸੂਲਾਂ ਦੇ ਮਾਲ 2:40 ਐਤ ਤੋਂ ਪੜ੍ਹੀਏ, ਖੁਦਾ ਦਾ ਬੰਦਾ ਮੁਕੱਦਸ ਪਤਰਸ ਜਿਤਾ ਕੇ ਲੋਕਾਂ ਨੂੰ ਕਹਿੰਦਾ ਆਪਣੇ ਆਪ ਨੂੰ ਟੇੜੀ ਕੌਮ ਤੋਂ ਬਚਾਇਓ। ਤੇ ਲਿਖਿਆ, ਜਿਨ੍ਹਾਂ ਲੋਕਾਂ ਨੇ ਕਲਾਮ ਨੂੰ ਕਬੂਲ ਕੀਤਾ ਸੀ ਉਹਨਾਂ ਨੇ ਬਪਤਿਸਮਾ ਲਿਆ ਸੀ। ਉਸ ਰੋਜ਼ 3000 ਦੇ ਕਰੀਬ ਉਹਨਾਂ 'ਚ ਮਿਲੇ ਸੀ। ਤੇ ਇਹ ਰਸੂਲਾਂ ਤੋਂ ਤਲੀਮ ਪਾਉਂਦੇ ਸੀ, ਰਫਾਕਤ ਰੱਖਦੇ ਸੀ, ਰੋਟੀ ਤੋੜਦੇ ਸੀ ਤੇ ਦੁਆ ਕਰਦੇ ਸੀ। ਬਾਈਬਲ ਦਾ ਅਸੂਲ ਤੇ ਇਹ ਆ। ਲੇਕਿਨ ਅਫਸੋਸ ਕਿ ਅਸੀਂ ਜ਼ਿੰਦਗੀ ਦੀ ਰੋਟੀ 'ਚ ਵੀ ਮਿਲਾਵਟਾਂ ਕਰਨੇ, ਸ਼ਰਾਰਤਾਂ ਕਰਨੀਆਂ। ਹਾਲਾਂਕਿ ਯਰਮੀਆ 23 ਬਾਬ 28 ਐਤ ਤੋਂ ਪੜ੍ਹੀਏ ਤੇ ਕਿਹਾ ਗਿਆ ਹੈ, ਜਿਸ ਨਬੀ को ख्वाब है ख्वाब दसे, जिद को मेरा कलाम है, मेरे कलाम ਨੂੰ ਦਿਆਨਤਦਾਰੀ ਨਾ ਸੁਣਾਵੇ। ਸੋ ਇਹ ਕਲਾਮ ਸੁਣਾਉਣ ਲਈ ਦਿੱਤਾ ਗਿਆ, ਇਹ ਜ਼ਿੰਦਗੀ ਦੀ ਰੋਟੀ ਹੈ। ਅਮਸਾਲ 10 ਬਾਬ 21 ਐਤ 'ਚ ਲਿਖਿਆ ਹੈ, ਸਾਦਕ ਦੇ ਹੋਂਠ ਬਹੁਤਿਆਂ ਨੂੰ ਗੁਜ਼ਾ ਪਹੁੰਚਾਉਂਦੇ ਨੇ। ਇਹ ਗੁਜ਼ਾ ਤੁਹਾਡੇ ਮੂੰਹ 'ਚ ਜਿਹੜੀ ਲੋਕਾਂ ਨੂੰ ਪਹੁੰਚਾਉਣੀ। ਉਸਦੇ ਪੁੱਤਰ ਨੇ ਮਤੀ 10 ਬਾਬ 27 ਐਤ 'ਚ ਆਖਿਆ ਹੈ, ਜਿਸ ਗੱਲ ਦਾ ਤੈਨੂੰ ਹਨੇਰੇ 'ਚ ਪਤਾ ਲੱਗਦਾ ਉਸ ਗੱਲ ਨੂੰ ਉਜਾਲੇ 'ਚ ਕਰ, ਜਿਹੜੀ ਕੰਨ 'ਚ ਪੈਂਦੀ ਕੋਠੇ ਤੇ ਚੜ੍ਹ ਤੇ ਮਨਾਦੀ ਕਰ। ਇਸ ਨੂੰ ਵੰਡ, ਕੋਈ ਖਾਂਦਾ ਠੀਕ ਹੈ, ਨਹੀਂ ਖਾਂਦਾ ਤੇ ਉਹਦੀ ਮਰਜ਼ੀ ਹੈ। ਆਪੇ ਹੀ ਜੇ ਉਸ ਨੇ ਉਹਦੇ ਕਲਾਮ ਨੂੰ ਰੱਦ ਕਰਨਾ, ਉਹਨੇ ਆਪ ਰੱਦ ਕੀਤਾ ਜਾਣਾ। ਕਹਿੰਦਾ ਕੋਠੇ ਤੇ ਚੜ੍ਹ ਕੇ ਇਸ ਖੁਰਾਕ ਨੂੰ ਵੰਡ, ਮਨਾਦੀ ਕਰ। ਤੇ ਆਓ ਅੱਜ ਵੇਲਾ ਹੈ। ਲੂਕਾ ਦੀ ਇੰਜੀਲ ਪਹਿਲਾ ਬਾਬ ਪਹਿਲੀ ਐਤ 'ਚ ਲਿਖਿਆ ਹੈ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ ਲਿਆ ਹੈ ਕਿ ਜਿੱਦਾਂ ਤਰਤੀਬਾਰ ਕਲਾਮ ਹੈ ਉਸੇ ਤਰ੍ਹਾਂ ਬਿਆਨ ਕਰ ਲਈਏ। ਤੇ ਆਓ ਇਹਨੂੰ ਬਿਆਨ ਕਰ ਲਈਏ। ਜ਼ਿੰਦਗੀ ਦੀ ਰੋਟੀ ਹੈ, ਜ਼ਿੰਦਗੀ ਦਾ ਪਾਣੀ ਹੈ, ਲੋਕਾਂ ਨੂੰ ਖਵਾਈਏ, ਆਪ ਖਾਈਏ, ਆਪਣੇ ਖਾਨਦਾਨਾਂ ਨੂੰ ਖਵਾਈਏ। ਖੁਦਾ ਦਾ ਬੰਦਾ ਮੁਕੱਦਸ ਪਤਰਸ ਜਦੋਂ ਪਹਿਲਾ ਪਤਰਸ 2 ਬਾਬ ਤੇ 2 ਐਤ 'ਚ ਕਹਿੰਦਾ ਹੈ, ਨਜ਼ਾਦ ਬੱਚਿਆਂ ਦੀ ਤਰ੍ਹਾਂ ਖਾਲਸ ਰੂਹਾਨੀ ਦੁੱਧ ਦੇ ਮੁਸ਼ਤਾਕ ਰਿਓ, ਤੇ ਇਸ ਦੇ ਜ਼ਰੀਏ ਇਹ ਤੁਹਾਡੇ ਵਧਣ ਦਾ ਜ਼ਰੀਆ ਬਣੇਗਾ। ਯਾਨੀ ਇਹ ਖਾਲਸ ਰੂਹਾਨੀ ਦੁੱਧ ਕਲਾਮ, ਇਹਨੂੰ ਆਪ ਹੀ ਨਹੀਂ ਆਪਣੀਆਂ ਨਸਲਾਂ ਨੂੰ ਪਿਲਾਵੀਂ। ਕਿਸ ਤਰ੍ਹਾਂ ਨਸਲਾਂ ਨੂੰ ਪਿਲਾ ਸਕਨੇ ਆ, ਕਿਸ ਤਰ੍ਹਾਂ ਆਪ ਪੀ ਸਕਨੇ ਆ? ਇਸਤਿਸ਼ਨਾ
6 ਬਾਬ 4 ਹੈ ਤੋਂ ਪੜ੍ਹੀ ਤੇ ਲਿਖਿਆ, ਸੁਣ ਹੈ ਇਸਰਾਇਲ, ਤੇਰਾ ਰੱਬ ਇੱਕੋ ਹੀ। ਆਪਣੇ ਰੱਬ ਨੂੰ ਪੂਰੇ ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ। ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ ਬਾਈਬਲ 'ਚ, ਤੇਰੇ ਦਿਲ ਤੇ ਨਕਸ਼ ਹੋ ਜਾਣ। ਔਲਾਦ ਦੀ ਜ਼ੇਨ ਨਸ਼ੀਨ ਕਰਵਾਵੀਂ। ਘਰ ਬੈਠਿਆਂ, ਰਾਹ ਚੱਲਦਿਆਂ, ਲੇਟਦਿਆਂ, ਉੱਠਦੇ ਵੇਲੇ ਇਹਨਾਂ ਦਾ ਜ਼ਿਕਰ ਕਰੀ। ਇਹ ਤੇਰੇ ਬਾਲਾਂ ਦੀ ਖੁਰਾਕ ਹੀ ਹੈ, ਖਾਲਸ ਰੂਹਾਨੀ ਦੁੱਧ ਹੀ। ਇਹਦੇ ਜ਼ਰੀਏ ਨਾਲ ਤੇਰਾ ਖਾਨਦਾਨ, ਤੇਰੇ ਬਾਲ ਵੱਧ ਜਾਣਗੇ। ਘਰ ਬੈਠੇ ਇਹਨਾਂ ਨੂੰ ਖਾਲਸ ਰੂਹਾਨੀ ਦੁੱਧ ਪਿਲਾਵੀਂ, ਇਹਨਾਂ ਨਾਲ ਕਲਾਮ ਦੀਆਂ ਗੱਲਾਂ ਕਰੀ। ਰਾਹ ਚੱਲਦਿਆਂ, ਲੇਟਣ ਵਕਤ ਤੇ ਜਦੋਂ ਸੌਂ ਕੇ ਉੱਠੇ ਉਦੋਂ ਵੀ ਕਲਾਮ ਦੀਆਂ ਗੱਲਾਂ ਕਰੀ। ਤੇ ਆਓ ਕਰ ਲਈਏ, ਚੰਗੇ ਰਹਿ ਜਾਵਾਂਗੇ। ਇਹ ਖਾਲਸ ਰੂਹਾਨੀ ਦੁੱਧ ਇਹਨੂੰ ਪੀਏ, ਖੁਦਾ 'ਚ ਵਧਾਂਗੇ। ਖੁਦਾ ਤੈਨੂੰ ਬਰਕਤ ਦੇਵੇ। ਮੈਂ ਦੁਆ ਕਰਨਾ ਚਾਹੁੰਦਾ ਤੇਰੇ ਲਈ। ਖੁਦਾਵੰਦ, ਤੇਰਾ ਕਲਾਮ ਜਿਹੜਾ ਤੂੰ ਮੈਨੂੰ ਦਿੱਤਾ ਹੈ, ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ ਹੈ, ਕਿ ਤੇਰੇ ਕਲਾਮ ਨੂੰ ਤੇਰੇ ਲੋਕ ਰੱਦ ਨਾ ਕਰਨ, ਬਲਕਿ ਦਿਲ 'ਚ ਜਗ੍ਹਾ ਦੇਣ, ਆਪਣੀ ਖੁਰਾਕ ਸਮਝਣ, ਆਪਣੇ ਨਸਲਾਂ ਦੀ ਖੁਰਾਕ ਸਮਝਣ, ਬਲਕਿ ਦੁਨੀਆ ਨੂੰ ਇਹ ਕਲਾਮ ਸੁਣਾਉਣ, ਦੁਨੀਆ ਨੂੰ ਵੰਡਣ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਭਰਾਓ, ਕਲਾਮ ਨੂੰ ਸ਼ੇਅਰ ਕਰਨਾ, ਲਾਈਕ ਕਰਨਾ, ਬੈਲ ਦਾ ਬਟਨ ਦਬਾਉਣਾ, ਤਾਂ ਕਿ बर ਵਕਤ ਖੁਦਾ ਦਾ ਕਲਾਮ ਤੁਹਾਡੇ ਤੱਕ ਪਹੁੰਚਦਾ ਰਹੇ ਔਰ ਤੁਸੀਂ ਬਰਕਤ ਪਾਓ। ਦੂਸਰਿਆਂ ਵਾਸਤੇ ਵੈਸੇ ਬਰਕਤ ਠਹਿਰੋ। ਦੂਸਰਿਆਂ ਨੂੰ ਵੀ ਕਹੋ ਕਿ ਜ਼ਰੂਰ ਇਹਨੂੰ ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ ਗਾਂ ਤੋਂ ਗਾਂ ਖੁਦਾ ਦਾ ਕਲਾਮ ਪਹੁੰਚਦਾ ਰਹੇ। ਖੁਦਾ ਬਰਕਤ ਦੇਵੇ।